ਨਾਮ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਬਿਨੋਦ ਸੁਤ ਹੈ। ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬ ਅਤੇ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਬਿਨੋਦ ਸੁਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਗ ਭਰਾ ਸਮਾਂ ਬਖਸ਼ਿਸ਼ ਕੀਤਾ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸੋਦਾ ਰਹਿਰਾਜ ਸਾਹਿਬ ਜੀ ਕੇ ਪਾਠ, ਆਰਤੀ ਆਰਤਾ ਦੇ ਕੀਰਤਨ, ਸ਼ਬਦ ਕੀਰਤਨ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਸੋ। ਗੁਰਬਾਣੀ ਦੇ ਅਖੰਡ ਪ੍ਰਵਾਹ ਕੱਲ੍ਹ ਰੋਜ਼ ਤੋਂ ਚੱਲ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿੰਨੇ ਕਿਰਪਾਲੂ ਦਿਆਲੂ ਹਨ। ਕੱਲ੍ਹ ਆਪਾਂ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ, ਜੋ ਪਹਿਲੇ 4 ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ, ਉਹਨਾਂ ਦੇ ਪ੍ਰਥਾਏ ਇਸ ਬਾਣੀ ਨੂੰ ਕਿਉਂ ਉਚਾਰਿਆ ਗਿਆ, ਉਥਾਨਕਾ ਰੂਪ ਦੇ ਵਿੱਚ ਆਪਾਂ ਪੜ੍ਹਿਆ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨੀ ਕਿਰਪਾ ਕੀਤੀ। ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਗੋਪਾਲ ਦੱਤ ਜੋ ਵਿੱਦਿਆ ਦਾ ਅਭਿਮਾਨੀ ਸੀ, ਉਹਦਾ ਪਾਰ ਉਤਾਰਾ ਹੋਇਆ, ਭਲਾ ਹੋਇਆ, ਸੋਝੀ ਆਈ। ਉਹਦਾ ਦਾਦਾ ਬਿਸ਼ਨ ਦੱਤ
ਉਹ ਵੀ ਵਿੱਦਿਆ ਅਭਿਮਾਨੀ ਕਰਕੇ ਕੁੱਤਿਆਂ ਦੀ ਜੂਨ ਵਿੱਚ ਪਿਆ ਹੋਇਆ ਸੀ, ਉਹਦਾ ਭਲਾ ਹੋਇਆ। ਹੁਣ ਸਮਾਂ ਬਤੀਤ ਹੋਇਆ, ਗੋਪਾਲ ਦੱਤ ਦੇ ਪੋਤੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੋ ਨਾਮ ਆਉਂਦੇ ਇਹਨਾਂ ਦੇ, ਕਿਉਂਕਿ ਕਾਂਸ਼ੀ ਜਿਹੜਾ ਹੈ ਵਿੱਦਿਆ ਦਾ ਮੇਨ ਕੇਂਦਰ ਰਿਹਾ। ਬੜੇ ਵੱਡੇ ਵੱਡੇ ਵਿਦਵਾਨ ਕਾਂਸ਼ੀ ਦੇ ਵਿੱਚ ਹੋਏ ਅਤੇ ਇਹਨਾਂ ਦੇ ਕੁਲ ਦੇ ਵਿੱਚ, ਕਿਉਂਕਿ ਬ੍ਰਾਹਮਣਾਂ ਨੂੰ ਹੀ ਉਸ ਵੇਲੇ ਹਿੰਦੂ ਮਤ ਦੇ ਵਿੱਚ ਇੱਕ, ਜੇ ਕਹੀਏ ਕਿਉਂਕਿ ਇਹਨਾਂ ਨੇ ਤਾਂ ਚੰਗੇ ਲਈ, ਪਰ ਜੇ ਦੇਖੀਏ ਤਾਂ ਬਹੁਤ ਇਹਦਾ ਮਾੜਾ ਅਸਰ ਇਹ ਹੋਇਆ ਕਿ ਵੇਦ ਪੜ੍ਹ ਅਤੇ ਸੁਣ ਕੇਵਲ ਬ੍ਰਾਹਮਣ ਸਕਦਾ ਸੀ। ਚਾਰਾਂ ਵਰਨਾਂ ਦੇ ਵਿੱਚੋਂ ਨਾ ਸ਼ੂਦਰ, ਨਾ ਖੱਤਰੀ, ਨਾ ਕੋਈ ਹੋਰ। ਇੱਥੋਂ ਤੱਕ ਕਿ ਜੇ ਕੋਈ ਸ਼ੂਦਰ ਵੇਦ ਸੁਣ ਵੀ ਲੈਂਦਾ, ਵੇਦਾਂ ਦੀਆਂ ਸ਼ਰੂਤੀਆਂ ਨੂੰ ਕੰਨਾਂ ਸਰਾਹੀਂ ਸੁਣ ਲੈਂਦਾ, ਅਤੇ ਉਹਨਾਂ ਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਵੀ ਕਿਉਂ ਸੁਣਿਆ। ਕੇਵਲ ਬ੍ਰਾਹਮਣਾਂ ਨੂੰ ਅਧਿਕਾਰ ਸੀ। ਸੋ ਇਸ ਕਰਕੇ ਕਾਂਸ਼ੀ ਦੇ ਵਿੱਚ ਗੋਪਾਲ ਦੱਤ ਦੇ ਪੋਤੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਇਹ ਦੋਨੋਂ ਬੜੀ ਵਿੱਦਿਆ ਇਹਨਾਂ ਨੇ ਵੀ ਪੜ੍ਹੀ ਆਪਣੇ ਦਾਦੇ ਪੜਦਾਦਿਆਂ ਦੇ ਵਾਂਗ, ਪਰ ਮਨ ਨੂੰ ਸ਼ਾਂਤੀ ਨਾ ਮਿਲੀ, ਮਨ ਭਟਕਦਾ ਰਿਹਾ। ਇੱਕ ਦਿਨ ਆਪਣੇ ਦਾਦੇ ਦੇ ਪੁਸਤਕਾਲੇ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਪੁਸਤਕਾਂ ਨੂੰ ਪੜ੍ਹ ਰਹੇ ਨੇ ਕਿ ਸਾਡੇ ਦਾਦੇ ਵੀ ਬੜੇ ਵਿਦਵਾਨ ਰਹੇ ਨੇ, ਉਹਨਾਂ ਦਾ ਕੁਝ ਨਾ ਕੋਈ ਐਸਾ ਗ੍ਰੰਥ ਪੜ੍ਹਿਆ ਹੋਵੇਗਾ, ਸਾਡੇ ਵੀ ਨਿਗਾਹ ਪਵੇ, ਸਾਡਾ ਵੀ ਕਿਤੇ ਭਲਾ ਹੋਵੇ। ਉਹ ਵੇਖਦਿਆਂ ਵੇਖਦਿਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ ਇਹ 4 ਸ਼ਲੋਕ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਬਸਤਰ ਕਪਾਟੰ, ਇਹ ਜਿਹੜੇ ਸ਼ਲੋਕ ਆਪਾਂ ਕੱਲ੍ਹ ਵਿਚਾਰੇ ਸਨ, ਇਹਨਾਂ ਦੇ ਹੱਥ ਲੱਗੇ। ਪੜ੍ਹਿਆ ਪਰ ਬਹੁਤੀ ਸਮਝ ਨਾ ਪਈ, ਵਿਦਵਾਨ ਤਾਂ ਬਹੁਤ ਸੀ। ਫਿਰ ਆਪਣੇ ਦਾਦੇ ਦੇ ਹਾਣ ਦੇ ਬਜ਼ੁਰਗ ਲੱਭੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਸੀ ਕਿ ਜਦੋਂ ਜਗਤ ਗੁਰੂ ਨਾਨਕ ਦੇਵ ਜੀ ਇੱਥੇ ਚੱਲ ਕੇ ਆਏ ਸੀ ਅਤੇ ਤੇਰੇ ਦਾਦੇ ਨੇ ਨਰਾਦਰੀ ਕਰਨੀ ਸੋਚੀ, ਪਰ ਉਹਨਾਂ ਦੇ ਮਨ ਵਿੱਚ ਭਲਾ ਸੀ, ਉਹਨਾਂ ਨੇ ਭਲਾ ਕੀਤਾ, ਤੇਰੇ ਦਾਦੇ ਦਾ ਵੀ ਭਲਾ ਕੀਤਾ, ਤੇਰੇ ਦਾਦੇ ਦੇ ਦਾਦੇ ਦਾ ਵੀ ਭਲਾ ਕੀਤਾ। ਇਹ ਬਾਣੀ ਉਹਨਾਂ ਨੇ ਉਚਾਰਨ ਕੀਤੀ। ਪੁੱਛਿਆ ਕਿੱਥੇ ਮਿਲਣਗੇ? ਉਹਨਾਂ ਦੱਸਿਆ। ਪਤਾ ਕਰਦਿਆਂ ਕਰਾਉਂਦਿਆਂ ਇਹ ਦੋਨੋਂ ਜਾਣੇ ਗੋਪਾਲ ਦੱਤ ਦੇ ਪੋਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਨੇ, ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਧੁਰ ਕੀ ਬਾਣੀ, ਰੱਬੀ ਬਾਣੀ ਨੂੰ ਸੰਪਾਦਨ ਕਰਾ ਰਹੇ ਨੇ। ਪ੍ਰਭਾਤੀ ਰਾਗ ਤੱਕ ਬਾਣੀ ਲਿਖੀ ਜਾ ਚੁੱਕੀ ਸੀ ਅਤੇ ਇੰਨੇ ਨੂੰ ਇਹਨਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ 4 ਸ਼ਲੋਕ ਅੱਗੇ ਰੱਖੇ ਅਤੇ ਨਾਲ ਹੀ ਆਪ ਨਮਸਕਾਰ ਕੀਤੀ। ਜਦੋਂ ਦੱਸਿਆ ਕਿ ਤੁਹਾਡੇ ਇਸ ਗੱਦੀ 'ਤੇ ਪਹਿਲੇ ਜਿਹੜੇ ਵਾਰਸ ਸਨ, ਉਹਨਾਂ ਨੇ ਸਾਡੇ ਦਾਦਿਆਂ ਦੀ ਕਲਿਆਣ ਕੀਤੀ ਹੈ, ਹੁਣ ਤੁਸੀਂ ਸਾਡੇ 'ਤੇ ਕਿਰਪਾ ਕਰੋ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆ ਰਹੀ, ਸਾਡੇ ਮਨ ਦੇ ਵਿੱਚ ਹਮੇਸ਼ਾ ਉਤੇਜਨਾ ਬਣੀ ਰਹਿੰਦੀ ਹੈ, ਕਾਹਲ ਬਣੀ ਰਹਿੰਦੀ ਹੈ, ਕਿਰਪਾ ਕਰੋ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੇ ਦਰਸ਼ਨ ਕੀਤੇ, ਬੜੇ ਸਤਿਕਾਰ ਨਾਲ ਮੱਥਾ ਟੇਕਿਆ, ਨਤਮਸਤਕ ਹੋਏ। ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਕਿ ਇਸ ਪਾਵਨ ਬਾਣੀ ਨੂੰ ਪ੍ਰਭਾਤੀ ਰਾਗ ਤੋਂ ਅੱਗੇ ਐਡਿਟ ਕੀਤਾ ਜਾਵੇ, ਸੰਪਾਦਿਤ ਕੀਤਾ ਜਾਵੇ। ਬਾਅਦ ਵਿੱਚ ਪ੍ਰਭਾਤੀ ਰਾਗ ਤੋਂ ਅੱਗੇ ਫਿਰ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਦੀ ਬਾਣੀ ਅੰਕਿਤ ਕੀਤੀ ਸੀ, ਰਾਗ ਜੈਜਾਵੰਤੀ ਐਡ ਕੀਤਾ ਸੀ, 31ਵਾਂ ਰਾਗ। ਸੋ ਭਾਈ ਗੁਰਦਾਸ ਜੀ ਹੋਣਾ ਨੇ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 4 ਸ਼ਲੋਕ ਅੰਕਿਤ ਕੀਤੇ। ਉਸ ਤੋਂ ਅੱਗੇ ਹੁਣ ਉਹਨਾਂ ਨੂੰ ਗੋਪਾਲ ਦੱਤ ਦੇ ਪੋਤੇ ਜਿਹੜੇ ਚੱਲ ਕੇ ਆਏ ਨੇ ਕਾਂਸ਼ੀ ਤੋਂ, ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਮਹੱਲਾ 5ਵਾਂ ਸਿਰਲੇਖ ਹੇਠ ਬਾਣੀ ਉਚਾਰਨ ਕਰ ਰਹੇ ਹਨ। ਇਹ ਮਨ ਵਿੱਚ ਖਿਆਲ ਨਹੀਂ ਲਿਆਉਣਾ ਕਿ ਜੇ ਇਸੇ ਸਿਰਲੇਖ ਅਧੀਨ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਹੈ ਅਤੇ ਦੁਬਾਰਾ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਉਂ ਉਚਾਰਨ ਕਰ ਰਹੇ ਨੇ। ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 2 12ਮਾਹੇ ਨੇ। ਇੱਕ 12ਮਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਗਿਆ ਤੁਖਾਰੀ ਰਾਗ ਦੇ ਵਿੱਚ,
ਤੇ ਦੂਸਰਾ 12ਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ। 2 ਬਾਣੀਆਂ ਹੈ ਪੱਟੀ ਸਿਰਲੇਖ ਅਧੀਨ, ਇੱਕ ਗੁਰੂ ਨਾਨਕ ਦੇਵ ਜੀ ਦੀ ਤੇ ਇੱਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ। ਇਸੇ ਤਰ੍ਹਾਂ 52 ਅੱਖਰੀ ਵੀ ਇਸੇ ਦਾ ਹੀ ਰੂਪ ਹੈ। ਭਗਤ ਕਬੀਰ ਸਾਹਿਬ ਦੀ ਵੀ 52 ਅੱਖਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ। ਸੋ ਅਲੱਗ-ਅਲੱਗ ਉਪਦੇਸ਼ ਗੁਰੂ ਸਾਹਿਬਾਨ ਜੀ ਬਖਸ਼ਦੇ ਨੇ, ਇਸ ਤਰ੍ਹਾਂ ਦਾ ਮਨ ਵਿੱਚ ਸ਼ੰਕਾ ਨਹੀਂ ਲਿਆਉਣਾ। ਸੋ ਆਓ ਪਾਵਨ ਕਥਾ ਦੀ ਵਿਚਾਰ, ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ, ਨਾਲ ਆਪਾਂ ਪਾਠਾਂ ਦੇ ਉਚਾਰਨ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਮਹਿੰਗੀ ਬਾਣੀ ਹੈ। ਆਮ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ, ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਅਤੇ ਨਾ ਉਹ ਪੜ੍ਹਨ ਵਾਲੇ ਅਤੇ ਨਾ ਸੁਣਨ ਵਾਲੇ, ਅਤੇ ਪਤਾ ਹੀ ਨਹੀਂ ਕੀ ਹੁੰਦਾ ਹੈ। ਚੰਗਾ ਸਿੰਘ ਪੜ੍ਹਨ ਵਾਲਾ ਹੋਵੇ ਅਤੇ ਪਤਾ ਵੀ ਲੱਗਦਾ ਕਿ ਇਹ ਬਾਣੀ ਪੜ੍ਹੀ ਜਾਂਦੀ ਹੈ। ਟਕਸਾਲ ਦਾ ਇਹ ਵਿਧਾਨ ਰਿਹਾ ਹੈ, ਜਿਹੜੀਆਂ ਮਹਿੰਗੀਆਂ ਬਾਣੀਆਂ ਨੇ ਉਹ ਅਕਸਰ ਹੀ ਟਕਸਾਲੀ ਸਿੰਘਾਂ ਨੂੰ ਕੰਠੀ ਹੁੰਦੀਆਂ ਨੇ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਰਹੀ ਹੈ। ਸੋ ਇਹ ਸਹਿਸਕ੍ਰਿਤੀ ਦੀ ਬਾਣੀ ਜਿੱਥੇ ਮਹਿੰਗੀ ਬਾਣੀ ਮੰਨੀ ਜਾਂਦੀ ਹੈ, ਉੱਥੇ ਕਥਾ ਵਿਚਾਰ ਦੇ ਨਾਲ ਪਾਠਾਂ ਦੇ ਉਚਾਰਨ ਬਾਰੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵਿਚਾਰ ਕੀਤੇ ਜਾਣਗੇ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ। ਕੱਲ੍ਹ ਵੀ ਬੇਨਤੀ ਕੀਤੀ ਸੀ, ਬਹੁਤਾਤ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਇਹ ਬਾਣੀ ਸੰਸਕ੍ਰਿਤ ਦੇ ਵਿੱਚੋਂ ਲਈ ਗਈ ਹੈ, ਕਿਉਂਕਿ ਉਸ ਵੇਲੇ ਸੰਸਕ੍ਰਿਤ ਬੜੀ ਪ੍ਰਚਲਿਤ ਸੀ। ਪਰ ਇਹ ਜਿਹੜਾ ਸ਼ਬਦ ਸਹਿਸਕ੍ਰਿਤੀ ਹੈ ਸੰਸਕ੍ਰਿਤ ਵਿੱਚੋਂ ਨਹੀਂ ਆਇਆ, ਇਹ ਪ੍ਰਾਕ੍ਰਿਤ ਵਿੱਚੋਂ ਆਇਆ ਹੈ। ਪ੍ਰਾਕ੍ਰਿਤ ਜੋ ਹੈ ਇਹ ਭਾਸ਼ਾ ਹੈ ਇੱਕ। ਜਿਸ ਤਰ੍ਹਾਂ ਸੰਸਕ੍ਰਿਤੀ ਦੀ ਆਪਾਂ ਗੱਲ ਕਰਦੇ ਹਾਂ, ਹਿੰਦੀ ਦੀ ਗੱਲ ਕਰਦੇ ਹਾਂ, ਪੰਜਾਬੀ ਦੇ ਰੂਪਾਂ ਦੀ ਗੱਲ ਕਰਦੇ ਹਾਂ। ਪੰਜਾਬੀ ਦਾ ਪਹਿਲਾ ਜਿਹੜਾ ਰੂਪ ਸੀ ਉਹ ਸਾਧ ਭਾਸ਼ਾ ਸੀ, ਫਿਰ ਪੰਜਾਬੀ ਦਾ ਰੂਪ ਬਦਲਿਆ, ਫਿਰ ਹੁਣ ਜਿਹੜਾ ਪੰਜਾਬੀ ਦਾ ਰੂਪ ਹੈ ਬਿਲਕੁਲ ਬਦਲ ਚੁੱਕਿਆ ਹੈ। ਅੱਜ ਤੋਂ 100 ਕੁ ਸਾਲ ਪਹਿਲਾਂ ਦੀ ਪੰਜਾਬੀ ਦੀ ਗੱਲ ਕਰੀਏ ਤਾਂ ਬਿੰਦੀਆਂ ਦੀ ਵਰਤੋਂ ਬਿਲਕੁਲ ਵੀ ਨਹੀਂ ਸੀ, ਅਤੇ ਹੁਣ ਬਿੰਦੀਆਂ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ। ਪਹਿਲਾਂ ਪੰਜਾਬੀ ਵਿੱਚ ਸੰਬੰਧਕਾਂ ਦੀ ਵਰਤੋਂ ਨਹੀਂ ਹੁੰਦੀ ਸੀ, ਅੱਜ ਕੱਲ੍ਹ ਸੰਬੰਧਕਾਂ ਦੀ ਵਰਤੋਂ ਬੜੀ ਹੋਣ ਲੱਗ ਪਈ ਹੈ। ਸੋ ਇਸੇ ਤਰ੍ਹਾਂ ਭਾਸ਼ਾ, ਵਿਦਵਾਨ ਜਨ ਇਹ ਮੰਨਦੇ ਨੇ ਕਿ ਹਰ 50 ਸਾਲ ਬਾਅਦ ਭਾਸ਼ਾ ਆਪਣਾ ਰੂਪ ਬਦਲ ਲੈਂਦੀ ਹੈ। ਸੋ ਪ੍ਰਾਕ੍ਰਿਤਕ ਜਿਹੜੀ ਹੈ ਇਹ ਭਾਸ਼ਾ ਹੈ, ਸੰਸਕ੍ਰਿਤ ਦੀ ਮਾਂ ਇਹਨੂੰ ਕਿਹਾ ਜਾਂਦਾ ਹੈ। ਪ੍ਰਾਕ੍ਰਿਤ ਭਾਸ਼ਾ ਦੇ ਵਿੱਚੋਂ ਇਹ ਸ਼ਬਦ ਜਿਹੜਾ ਸਹਿਸਕ੍ਰਿਤੀ ਆਇਆ। ਸ਼ਲੋਕ ਸਹਿਸਕ੍ਰਿਤੀ, ਇਸ ਬਾਣੀ ਇਹ ਸਿਰਲੇਖ ਹੈ, ਇਹਦੇ ਅੰਦਰ ਸ਼ਲੋਕ ਦਰਜ ਕੀਤੇ ਹਨ, 5ਵੇਂ ਪਾਤਸ਼ਾਹ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਹੈ। ਇੱਕ ਓੰਕਾਰ। ਉਹ ਵਾਹਿਗੁਰੂ ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਓੰਕਾਰ ਬ੍ਰਹਮ ਰੂਪ ਹਰ ਇੱਕ ਥਾਂ ਤੇ ਪ੍ਰਕਾਸ਼ਮਾਨ ਹੈ। ਸਤਿਨਾਮ। ਉਸ ਵਾਹਿਗੁਰੂ ਦਾ ਨਾਮ ਸੱਚਾ ਹੈ। ਕਰਤਾ ਪੁਰਖ। ਉਹ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਸਾਰੀ ਸ੍ਰਿਸ਼ਟੀ ਦਾ ਪਾਲਕ ਰੱਖਿਅਕ ਉਹ ਵਾਹਿਗੁਰੂ ਆਪ ਹੈ। ਨਿਰਭਉ। ਉਹ ਨਿਰਭਉ ਸਰੂਪ ਹੈ, ਉਹਨੂੰ ਕਿਸੇ ਤੋਂ ਡਰ ਨਹੀਂ, ਨਾ ਕਿਸੇ ਨੂੰ ਡਰਾਉਂਦਾ ਹੈ। ਨਿਰਵੈਰ। ਵੈਰ ਤੋਂ ਰਹਿਤ ਹੈ, ਉਸ ਵਾਹਿਗੁਰੂ ਦਾ ਕਿਸੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ। ਉਹ ਅਕਾਲ ਮੂਰਤ ਹੈ। ਆਪਾਂ ਜਿੰਨੇ ਵੀ ਜਨਮ ਲੈ ਕੇ ਆਏ ਹਾਂ ਸਾਰੇ ਕਾਲ ਰੂਪ ਹਾਂ, ਕਿਉਂਕਿ ਜਨਮ ਲੈ ਕੇ ਆਏ ਹਾਂ ਤਾਂ ਮਰ ਕੇ ਵੀ ਜਾਣਾ ਪਵੇਗਾ। ਉਹ ਵਾਹਿਗੁਰੂ ਦਾ ਕੋਈ ਪਿਤਾ ਨਹੀਂ, ਕੋਈ ਮਾਤਾ ਨਹੀਂ, ਕੋਈ ਭੈਣ ਨਹੀਂ, ਕੋਈ ਭਾਈ ਨਹੀਂ, ਉਹ ਜਨਮ ਤੋਂ ਰਹਿਤ ਹੈ, ਇਸ ਕਰਕੇ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹੈ। ਅਜੂਨੀ ਸੈਭੰ। ਅਜੂਨੀ, ਜੂਨਾਂ ਤੋਂ ਰਹਿਤ ਹੈ। ਆਪਾਂ ਜੂਨਾਂ ਦੇ ਵਿੱਚ ਹਾਂ 84 ਲੱਖ ਜੂਨਾਂ ਦੀ ਗੱਲ ਹੁੰਦੀ ਹੈ, ਉਹਨਾਂ ਦੇ ਵਿੱਚੋਂ ਵੀ ਫਿਰ ਅਲੱਗ-ਅਲੱਗ ਕੈਟਾਗਰੀ ਹੈ। 4 ਤਰ੍ਹਾਂ ਦੀਆਂ ਖਾਣੀਆਂ ਮੰਨੀਆਂ ਗਈਆਂ, ਅੰਡਜ, ਜੀਰਜ, ਉਤਪੁਜ, ਸੇਤਜ। ਪਰ ਉਹ ਵਾਹਿਗੁਰੂ ਕਿਸੇ ਖਾਣੀਆਂ ਦੇ ਵਿੱਚ ਨਹੀਂ, ਕਿਸੇ ਜੂਨੀਆਂ ਦੇ ਵਿੱਚ ਨਹੀਂ, ਉਹ ਤਾਂ ਸਹਿ ਭੰਗ ਹੈ। ਕਿਉਂਕਿ ਜੀਵਾਂ ਦੇ ਉਤਪਤੀ ਦੇ ਕਈ ਸਾਧਨ ਨੇ, ਕਈ ਜੇਰਜ ਰੂਪ ਦੇ ਵਿੱਚ, ਕਈ ਅੰਡਿਆਂ ਤੋਂ ਪੈਦਾ ਹੁੰਦੇ ਨੇ, ਕਈ ਪਾਣੀ ਤੋਂ ਅਤੇ ਕਈ ਮੁੜਕੇ ਤੋਂ ਪੈਦਾ ਹੁੰਦੇ ਨੇ। ਪਰ ਉਹ ਵਾਹਿਗੁਰੂ ਅਜੂਨੀ ਹੈ, ਜੂਨਾਂ ਤੋਂ ਰਹਿਤ ਹੈ, ਸਹਿ ਭੰਗ, ਆਪਣੇ ਆਪ ਦੇ ਵਿੱਚੋਂ ਆਪ ਹੀ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਪੰਚ ਮਾਤਾ।
ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਪਾਲ ਦੱਤ ਨੂੰ ਉਹਦੇ ਪੋਤਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਤੇ ਕੇਵਲ ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਦੇ ਵਚਨਾਂ ਅਨੁਸਾਰ ਕੇਵਲ ਇਹ ਗੋਪਾਲ ਦੱਤ ਦੇ ਪੋਤੇ ਨਾ ਸਮਝੇ ਜਾਣ। ਕੁੱਲ ਖਲਕਤ ਕੁੱਲ ਦੁਨੀਆ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿਹੜੀ ਹੈ ਉਹ ਭਟਕ ਰਹੀ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸ਼ਾਂਤੀ ਨਹੀਂ, ਕਿਉਂਕਿ ਸੱਚਾ ਨਾਉ ਮਿੱਠਾ, ਵਾਹਿਗੁਰੂ ਦਾ ਨਾਮ ਮਿੱਠਾ ਹੈ। ਪਰ ਇਸ ਨੂੰ ਛੱਡ ਕਰਕੇ ਜੋ ਸੰਸਾਰ ਦੇ ਵਿਕਾਰ ਨੇ, ਵਿਕਾਰਾਂ ਦੇ ਵਿੱਚ ਮਨ ਨੂੰ ਇੰਨਾ ਕੁ ਖਚਿਤ ਕਰ ਲਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਵਿਸ ਗੰਦਲਾਂ ਭਰੀਆਂ ਖੰਡ ਵਿਲਾੜ, ਇਹ ਜਿਹੜਾ ਅੱਖਾਂ ਨਾਲ ਆਪਾਂ ਦੇਖਦੇ ਹਾਂ ਸਮਾਜ, ਬਾਬਾ ਫਰੀਦ ਸਾਹਿਬ ਕਹਿੰਦੇ ਇਹ ਤੇ ਜ਼ਹਿਰ ਦੀਆਂ ਗੰਦਲਾਂ ਨੇ। ਸੋ ਇਸ ਤਰ੍ਹਾਂ ਆਪਣੀ ਬਿਰਤੀ ਨੂੰ ਖੰਡਿਤ ਕੀਤਾ ਹੋਇਆ, ਕਿਸੇ ਦੇ ਮਨ ਨੂੰ ਟਿਕਾ ਨਹੀਂ, ਇਕਾਗਰਤਾ ਨਹੀਂ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ, ਸਾਰਿਆਂ ਨੂੰ ਸਮਝਾ ਰਹੇ ਹਨ ਕਿ ਭਾਈ ਕਤੰਚ ਮਾਤਾ, ਕੱਕਾ ਤੱਤੇ ਤੇ ਟਿੱਪੀ ਤੇ ਚੱਚਾ, ਕਤੰਚ ਕਾਹਦੀ ਹੈ ਮਾਤਾ? ਕਿਉਂਕਿ ਆਪਣੇ ਸੰਬੰਧ ਨੇ, ਸੰਜੋਗੀ ਮਿਲਾਵੜਾ ਵਿਜੋਗੀ ਉੱਠ ਜਾਹੇ, ਮਾਤਾ ਪਿਤਾ ਭੈਣ ਭਾਈ ਰਿਸ਼ਤੇਦਾਰ ਸਖੇ ਸੰਬੰਧੀ ਸਾਰਿਆਂ ਦਾ ਜ਼ਿਕਰ ਆਉਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਜੇ ਆਪਣੇ ਮਨ ਨੂੰ ਟਿਕਾ ਵਿੱਚ ਰੱਖਣਾ ਹੈ ਤੇ ਇਹ ਗੱਲ ਧਿਆਨ ਵਿੱਚ ਰੱਖੋ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ। ਭਾਵ ਇਹ ਕਿਸੇ ਗਿਣਤੀ ਦੇ ਵਿੱਚ ਨਹੀਂ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਨਾ ਮਾਤਾ ਨੇ, ਨਾ ਪਿਤਾ ਨੇ, ਨਾ ਇਸਤਰੀ ਨੇ ਤੇ ਨਾ ਸੁੱਤ ਹੈ ਪੁੱਤਰਾਂ ਨੇ। ਬਿਨੋਦ ਇਹਨਾਂ ਦੇ ਨਾਲ ਤੂੰ ਜਿਹੜਾ ਪਿਆਰ ਪਾਇਆ ਹੈ ਇਹ ਪਿਆਰ ਝੂਠਾ ਹੈ। ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਭਰਾਤ 3 ਜਾਂ 4 ਅਰਥ ਮਹਾਂਪੁਰਖਾਂ ਨੇ ਕੀਤੇ ਨੇ। ਭਾਵ ਅਰਥ ਇਹੋ ਹੀ ਨਿਕਲਦਾ ਹੈ ਕਿ ਜਿਹੜਾ ਇਹ ਪਿਆਰ ਹੈ, ਜਿਹੜੀਆਂ ਪਿਆਰ ਤੋਂ ਅੱਗੇ ਮੋਹ ਦੀਆਂ ਤੰਦਾਂ ਆਪਾਂ ਪਾ ਲੈਂਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਹੈ ਭਾਈ ਕਿਸ਼ਨ ਲਾਲ ਇਹ ਸੁਣ, ਕਤੰਚ ਕਾਹਦਾ ਹੈ ਭਰਾ, ਮੀਤ ਮਿੱਤਰ ਹਿਤ ਬੰਧਵ ਪ੍ਰੇਮ ਕਰਨ ਵਾਲੇ ਜਿਹੜੇ ਸਖੇ ਸੰਬੰਧੀ ਨੇ, ਕੋਈ ਵੀ ਸਾਥ ਨਿਭਾਉਣ ਵਾਲੇ ਨਹੀਂ, ਕਿਸੇ ਦਾ ਪਿਆਰ ਸੱਚਾ ਨਹੀਂ। ਕਤੰਚ ਮੋਹ ਕੁਟੰਬਿਆ ਤੇ ਇਸੇ ਤਰ੍ਹਾਂ ਪਰਿਵਾਰ ਦਾ ਜਿਹੜਾ ਮੋਹ ਹੈ, ਕਤੰਚ ਕੀ ਹੈ? ਭਾਵ ਕੁਝ ਵੀ ਨਹੀਂ ਹੈ। ਪਾਤਸ਼ਾਹ ਨੇ ਕਤੰਚ ਦਾ ਮਤਲਬ ਕੀ ਹੈ? ਕਿਸੇ ਗਿਣਤੀ ਵਿੱਚ ਨਹੀਂ, ਕੋਈ ਨਹੀਂ ਹੈ। ਇੱਕ ਵਾਹਿਗੁਰੂ ਦਾ ਜਿਹੜਾ ਪਿਆਰ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਨੇ, ਜਹ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾ ਤ੍ਰਿਖਾ ਮਨ ਤੁਜਿਆ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ। ਕੇਵਲ ਵਾਹਿਗੁਰੂ ਦੇ ਨਾਮ ਨੇ ਸਹਾਇਤਾ ਕਰਨੀ ਹੈ। ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਸੇ ਮਿੱਤਰ ਭਾਈ ਭੈਣ ਭਰਾ ਨੇ, ਮਾਤਾ ਪਿਤਾ ਨੇ, ਘਰ ਵਾਲੀ ਨੇ, ਕਿਸੇ ਨੇ ਸਾਥ ਨਹੀਂ ਦੇਣਾ। ਮਹਾਰਾਜ ਕਹਿੰਦੇ ਕਤੰਚ ਮੋਹ ਕੁਟੰਬੇ ਅਤੇ ਪਰਿਵਾਰ, ਜਿਹੜਾ ਪਰਿਵਾਰ ਦਾ ਸਾਰਾ ਸਨੇਹ ਪਿਆਰ ਹੈ ਇਹ ਵੀ ਝੂਠਾ ਹੈ। ਕਤੰਚ ਚਪਲ ਮੋਹਨੀ ਰੂਪੰ, ਫਿਰ ਮਨੁੱਖ ਨੂੰ ਸਭ ਤੋਂ ਵੱਡੀ ਦੌੜ ਹੁੰਦੀ ਹੈ ਮਾਇਆ ਇਕੱਠੀ ਕਰਨ ਦੀ, ਧਨ ਇਕੱਠਾ ਕਰਨ ਦੀ। ਮਾਇਆ ਦੇ ਕਈ ਰੂਪ ਦੱਸੇ ਨੇ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ, ਪਰ ਮਾਇਆ ਦਾ ਇੱਕ ਰੂਪ ਧਨ ਵੀ ਦੱਸਿਆ ਗਿਆ ਹੈ। ਮਹਾਰਾਜ ਜੀ ਕਹਿੰਦੇ ਇਸ ਮਾਇਆ ਨੂੰ ਜਿਹੜਾ ਮੋਹਣੀ ਰੂਪ ਹੈ ਜੀਵ ਬੜਾ ਪਿਆਰ ਕਰਦਾ ਹੈ, ਪਰ ਕਹਿੰਦੇ ਚਪਲ ਮਤਲਬ ਚੰਚਲ ਹੈ। ਇਹ ਪਾਠ ਪੋਲਾ ਕਰਨਾ, ਚੱਪਲ ਨਹੀਂ ਕਰਨਾ। ਚਪਲ ਮਤਲਬ ਚੰਚਲਤਾਈ ਹੈ ਇਹ ਮਾਇਆ, ਇਹ ਛਿਨ ਭੰਗਰ ਹੈ, ਨਾਸ ਹੋਣ ਵਾਲੀ ਹੈ। ਜੀਵ ਇਹਦੇ ਨਾਲ ਮੋਹ ਕਰਦਾ ਹੈ, ਪਰ ਜਿਹੜੇ ਭਗਤ ਰੂਪ ਨੇ ਉਹ ਮੋਹ ਨਹੀਂ ਕਰਦੇ। ਕਹੋ ਕਬੀਰ ਜਬ ਤਿਆਗ ਦਈ ਤੋ ਚਰਨੀ ਆਏ ਪਈ, ਉਹ ਤੇ ਫਿਰ ਚਰਨਾਂ ਤੇ ਆ ਕੇ ਹਾਜ਼ਰ ਹੁੰਦੀ ਹੈ ਕਿ ਮੈਨੂੰ ਪ੍ਰਵਾਨ ਕਰੋ, ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪਰ ਆਮ ਮਨੁੱਖ ਦੇ ਲਈ ਕਤੰਚ ਚਪਲ ਮੋਹਣੀ ਰੂਪੰ, ਇਹ ਜੋ ਮੋਹ ਰੂਪ ਮਾਇਆ ਹੈ, ਪੇਖੰਤੇ ਤਿਆਗੰ ਕ੍ਰੋਤ, ਕਹਿਣ ਲੱਗੇ ਇਹ ਛੱਡ ਕੇ ਚਲੀ ਜਾਂਦੀ ਹੈ। ਵੇਖਦਿਆਂ ਹੀ ਬੰਦੇ ਦਾ ਕੋਈ ਵਸ ਨਹੀਂ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ। ਇਉਂ ਮਹਾਰਾਜ ਜੀ ਕਹਿਣ ਲੱਗੇ ਇਹ ਸਾਰਾ ਜਿਹੜਾ ਪਿਆਰ ਹੈ ਇਹ ਝੂਠਾ ਹੈ। ਰਹੰਤ ਸੰਗ ਭਗਵਾਨ ਸਿਮਰਨ, ਮਹਾਰਾਜ ਜੀ ਕਹਿਣ ਲੱਗੇ ਕੇਵਲ ਇੱਕੋ ਹੀ ਜੋ ਤੁਹਾਡੇ ਨਾਲ ਹਮੇਸ਼ਾ ਰਹਿਣਾ ਹੈ ਉਹ ਵਾਹਿਗੁਰੂ ਦਾ ਸਿਮਰਨ ਹੈ। ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਕਰਕੇ ਪਾਤਸ਼ਾਹ ਕਹਿੰਦੇ ਰਹੰਤ
ਸੰਗ ਭਗਵਾਨ ਸਿਮਰਨ, ਵਾਹਿਗੁਰੂ ਦਾ ਸਿਮਰਨ ਹਮੇਸ਼ਾ ਨਾਲ ਰਹਿਣਾ ਹੈ। ਨਾਨਕ ਲਬਦੰ ਅਚੁੱਤ ਤਨ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਆਪਾਂ ਸੰਗਤ ਰੂਪ ਵਿੱਚ ਬੈਠੇ ਹਾਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਕਿਰਪਾ ਤੋਂ ਬਗੈਰ ਕੋਈ ਬੰਦਾ ਆ ਹੀ ਨਹੀਂ ਸਕਦਾ ਗੁਰੂ ਦਰਬਾਰ ਦੇ ਵਿੱਚ। ਹਿੰਮਤ ਨਹੀਂ ਪੈਂਦੀ ਬੈੱਡ ਤੋਂ ਉੱਠ ਕੇ ਘਰੇ ਭਾਵੇਂ ਵਿਹਲੇ ਪਏ ਰਹੀਏ, ਪਰ ਜੇ ਗੁਰੂ ਦੀ ਕਿਰਪਾ ਹੋਵੇਗੀ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ ਕਿ ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ ਦੇ ਬਚਨਾਂ ਅਨੁਸਾਰ ਗੁਰਸਿੱਖ ਦੇ ਅੰਦਰ ਜਿਹੜਾ ਪਿਆਰ ਹੈ, ਉਸ ਪਿਆਰ ਨੂੰ ਨਿਭਾਉਂਦਿਆਂ ਹੋਇਆਂ ਗੁਰੂ ਦੇ ਦੀਦਾਰ ਕਰਦਾ ਹੈ, ਗੁਰੂ ਦੇ ਬਚਨ ਸੁਣਦਾ ਹੈ, ਬਾਬਾਣੀਆਂ ਕਹਾਣੀਆਂ ਸੁਣਦਾ ਹੈ। ਪਰ ਬਿਨਾਂ ਕਿਰਪਾ ਤੋਂ ਇਹ ਕੁਝ ਨਹੀਂ ਹੁੰਦਾ। ਮਹਾਰਾਜ ਜੀ ਕਹਿਣ ਲੱਗੇ ਨਾਨਕ ਲਬਦਿਆਂ, ਇਹ ਜਿਹੜਾ ਸੁਭਾਗ ਹੈ, ਸੁਭਾਗਾ ਸਮਾਂ, ਇਹ ਬਹੁਤ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਗੰਤ ਮਾਤ ਪਿਤਾ ਸਨੇਹੰ। ਹੁਣ ਫੇਰ ਅੱਗੇ ਉਪਦੇਸ਼ ਦੇ ਰਹੇ ਹਨ। ਤ੍ਰਿਗੰਤ ਧੱਦੇ ਦੇ ਪੈਰ ਵਿੱਚ ਰਾਰਾ ਹੈ, ਸਿਹਾਰੀ ਹੈ। ਸਾਨੂੰ ਬੜਾ ਭੁਲੇਖਾ ਜਿਹੜਾ ਸਾਡੇ ਟੀਚਰਾਂ ਨੇ ਵੀ ਪਾਇਆ ਕਿ ਜਿਹੜਾ ਚਰਨਾਂ ਦੇ ਵਿੱਚ ਅੱਖਰ ਹੁੰਦਾ ਹੈ, ਅਸਲ ਗੱਲ ਇਹ ਹੈ ਕੋਈ ਵੀ ਲਗ ਮੱਤਰ ਜਿਹੜੀ ਲੱਗੀ ਹੁੰਦੀ ਉਹ ਚਰਨਾਂ ਵਿੱਚ ਜਿਹੜਾ ਅੱਖਰ ਹੁੰਦਾ ਉਸੇ ਨੂੰ ਲੱਗਦੀ ਹੁੰਦੀ ਹੈ। ਜਿਵੇਂ ਪਾਠ ਇੱਥੇ ਆਇਆ ਤ੍ਰਿਗੰਤ ਨਹੀਂ ਕਹਿਣਾ, ਤ੍ਰਿਗੰਤ ਧੱਦੇ ਨੂੰ ਅੱਧਾ ਪੜ੍ਹਨਾ ਹੈ। ਦੂਸਰਾ ਸਾਨੂੰ ਇਹ ਭੁਲੇਖਾ ਪਾਇਆ ਜਾਂਦਾ ਰਿਹਾ ਕਿ ਜਿਹੜਾ ਪੈਰ ਵਿੱਚ ਅੱਖਰ ਉਹ ਅੱਧਾ ਹੁੰਦਾ ਹੈ, ਪੈਰ ਵਾਲਾ ਅੱਖਰ ਪੂਰਾ ਹੁੰਦਾ ਹੈ, ਜਿਹਨੂੰ ਲੱਗਾ ਹੁੰਦਾ ਉਹ ਅੱਖਰ ਅੱਧਾ ਹੁੰਦਾ ਹੈ। ਆਪਾਂ ਉਚਾਰਨ ਸੁਣ ਕੇ ਦੇਖੋ, ਤ੍ਰਿਗੰਤ ਧੱਦੇ ਨੂੰ ਬੋਲਣ ਲੱਗਿਆ ਸਮਾਂ ਬਾਕੀ ਅੱਖਰਾਂ ਨਾਲੋਂ ਘੱਟ ਲੱਗ ਰਿਹਾ, ਇਹਦੇ ਵਿੱਚੋਂ ਸਵਰ ਜਿਹੜਾ ਹੈ ਉਹ ਗਾਇਬ ਹੈ। ਇਸ ਤਰ੍ਹਾਂ ਤ੍ਰਿਗੰਤ ਪਾਠ ਕਰਨਾ ਹੈ। ਧੱਦੇ ਨੂੰ ਸਿਹਾਰੀ ਲੱਗੀ ਹੋਈ ਹੈ, ਪੈਰ ਵਿੱਚ ਰਾਰਾ ਹੈ, ਪਰ ਸਿਹਾਰੀ ਰਾਰੇ ਨੂੰ ਬੋਲੀ ਜਾਣੀ ਹੈ, ਗੱਗੇ ਨੂੰ ਟਿੱਪੀ ਲੱਗੀ ਹੋਈ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਮਾਤਾ ਪਿਤਾ ਦਾ ਜਿਹੜਾ ਪਿਆਰ ਹੈ, ਸਨੇਹ ਹੈ, ਮੋਹ ਹੈ, ਕਹਿਣ ਲੱਗੇ ਇਹ ਵੀ ਤ੍ਰਿਗ ਹੈ, ਹਮੇਸ਼ਾ ਨਹੀਂ ਰਹਿਣ ਵਾਲਾ। ਤ੍ਰਿਗ ਸਨੇਹੰ ਪ੍ਰਾਤ ਬਾਂਧਵ ਹੈ। ਇਸੇ ਤਰ੍ਹਾਂ ਭਰਾਤ ਭਰਾਵਾਂ ਦਾ, ਬਾਂਧਵ ਜਿਹੜੇ ਸਕੇ ਸੰਬੰਧੀ ਮਿੱਤਰ ਨੇ, ਉਹਨਾਂ ਦਾ ਵੀ ਜਿਹੜਾ ਸਨੇਹ ਹੈ ਇਹ ਝੂਠਾ ਹੈ। ਤ੍ਰਿਗ ਸਨੇਹੰ ਬਨਤਾ ਬਿਲਾਸਤ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਹੁਣ ਸਨੇਹੰ ਪਾਠ ਹੈ। ਸੱਸੇ ਦੇ ਚਰਨਾਂ ਦੇ ਵਿੱਚ ਨੰਨਾ ਹੈ, ਉੱਪਰ ਲਾਂ ਲੱਗੀ ਹੋਈ ਹੈ, ਹਾਹੇ ਨੂੰ ਟਿੱਪੀ ਹੈ। ਸਨੇਹੰ ਦੇਖੋ ਨੰਨੇ ਨੂੰ ਲਾਂ ਲੱਗ ਰਹੀ ਹੈ ਨਾ, ਸਨੇਹੰ ਸੱਸੇ ਨੂੰ ਤੇ ਨਹੀਂ ਲੱਗ ਰਹੀ। ਇਸ ਤਰ੍ਹਾਂ ਇਹ ਖਿਆਲ ਵਿੱਚ ਰੱਖਣਾ ਹੈ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ, ਬਨਤਾ ਇਸਤਰੀ ਤੇ ਸੁਤ ਹੈ ਪੁੱਤਰ, ਇਹਨਾਂ ਦਾ ਵੀ ਜਿਹੜਾ ਸਨੇਹ ਕਰਨਾ, ਮੋਹ ਕਰਨਾ ਹੈ, ਇਹ ਝੂਠਾ ਹੈ। ਸਨੇਹੰ ਗ੍ਰਹਿ ਹਾਰਥਕ ਹੈ। ਇਸੇ ਤਰ੍ਹਾਂ ਜਿਹੜਾ ਪਰਿਵਾਰ ਦਾ, ਗ੍ਰਹਿ ਦਾ, ਘਰ ਦਾ ਜਿਹੜਾ ਮੋਹ ਕਰਨਾ ਹੈ, ਪਾਤਸ਼ਾਹ ਜੀ ਕਹਿੰਦੇ ਇਹ ਝੂਠਾ ਹੈ। ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ ਨਾਨਕ ਹੈ। ਸਾਧ ਸੰਗ ਸਨੇਹ ਸਤਯੰ, ਜਿਹੜਾ ਸਾਧੂਆਂ ਦਾ ਸੰਗ ਹੈ, ਜਿਹੜਾ ਸਤ ਸੰਗਤ ਹੈ, ਇਹ ਸੱਚਾ ਸਨੇਹ ਹੈ, ਇਹ ਸੱਚਾ ਪ੍ਰੇਮ ਹੈ। ਸੰਗਤ ਦੇ ਵਿੱਚੋਂ ਹੀ ਪ੍ਰਾਪਤੀਆਂ ਹੋਣੀਆਂ, ਸੰਗਤ ਦੇ ਵਿੱਚੋਂ ਹੀ ਖੁਸ਼ੀਆਂ ਮਿਲਣੀਆਂ। ਮਹਾਰਾਜ ਜੀ ਕਹਿਣ ਲੱਗੇ ਪਰਿਵਾਰ ਦਾ, ਮਿੱਤਰਾਂ ਦਾ, ਘਰ ਵਾਲੀ, ਇਸਤਰੀ, ਬੱਚੇ, ਇਹ ਜਿੰਨਾ ਵੀ ਮੋਹ ਹੈ, ਪਿਆਰ ਹੈ, ਇਹ ਝੂਠਾ ਹੈ, ਕਿਉਂਕਿ ਕਿਸੇ ਨੇ ਸਾਥ ਨਹੀਂ ਨਿਭਾਉਣਾ। ਇਹ ਸੰਜੋਗ ਕਰਕੇ ਮਿਲਾਪ ਜ਼ਰੂਰ ਹੋਇਆ ਹੈ, ਪਰ ਜਦੋਂ ਵਿਜੋਗ ਹੋਣਾ ਹੈ ਸਭ ਨੇ ਛੱਡ ਕੇ ਚਲੇ ਜਾਣਾ, ਕਿਸੇ ਨੇ ਸਾਥ ਨਹੀਂ ਦੇਣਾ। ਮਹਾਰਾਜ ਜੀ ਕਹਿਣ ਲੱਗੇ ਇੱਕ ਸਾਥ ਸੱਚਾ ਹੈ। ਸਾਧ ਸੰਗ ਸਨੇਹ ਸਤਯੰ, ਸਾਧੂਆਂ ਦਾ ਸੰਗ, ਸਤ ਸੰਗਤ, ਇਹ ਸੱਚਾ ਸਨੇਹ ਹੈ, ਸੱਚਾ ਪਿਆਰ ਹੈ। ਸੁਖਯੰ ਬਸੰਤ ਨਾਨਕ ਹੈ। ਮਹਾਰਾਜ ਜੀ ਕਹਿਣ ਲੱਗੇ ਜੇ ਸੁੱਖ ਵਿੱਚ ਵਸਣਾ ਹੈ, ਸੁੱਖ ਨਾਲ ਵਸਣਾ ਹੈ, ਤੇ ਇਸ ਸੰਗਤ ਦਾ ਜਿਹੜਾ ਹੈ ਪਿਆਰ ਹੈ, ਸਨੇਹ ਹੈ, ਉਹ ਲੈਣਾ ਕਰ। ਅੰਤ ਦੇਹੰ ਖਿਣੰਤ ਬਲਨੰ। ਹੁਣ ਸੱਚੇ ਪਾਤਸ਼ਾਹ ਜੀ ਦੇਹ ਤੇ ਆਏ ਨੇ, ਆਪਣੇ ਸਰੀਰ ਤੇ ਆਏ ਨੇ। ਪਹਿਲਾਂ ਪਰਿਵਾਰ ਤੇ, ਹੁਣ ਸਰੀਰ ਬਾਰੇ ਗੱਲ ਕਰਦੇ ਨੇ। ਮਿਥਯੰਤ ਦੇਹੰ, ਇਹ ਜਿਹੜੀ ਦੇਹ ਹੈ, ਜਿਹੜਾ ਸਰੀਰ ਹੈ, ਸਾਨੂੰ ਪਾਂਚ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ। ਮਹਾਰਾਜ ਜੀ ਕਹਿਣ ਲੱਗੇ ਇਹਨੇ ਤੇ ਇੱਕ ਦਿਨ ਤੱਤਾਂ ਦੇ ਵਿੱਚ ਸਮਾ ਜਾਣਾ ਹੈ, ਤੱਤਾਂ ਵਿੱਚ ਮਿਲ ਜਾਣਾ, ਇਹਨੇ ਮਿੱਟੀ ਹੋ ਜਾਣਾ ਹੈ। ਮਿਥਯੰਤ ਇਸ ਕਰਕੇ ਮਿਥਿਆ ਹੋਇਆ ਹੈ, ਇਹ ਸੱਚਾ ਨਹੀਂ ਹੈ। ਖੀਣੰਤ ਬਲਨੰ, ਜਿਹੜੇ ਬਲ ਦਾ ਤੂੰ ਮਾਣ ਕਰਦਾ ਹੈ ਕਿ ਮੈਂ ਬੜਾ ਤਾਕਤਵਾਰ ਹਾਂ, ਮੇਰੇ ਵਿੱਚ ਬੜੀ ਜਾਨ ਹੈ, ਇਹ ਜਿਹੜਾ ਬਲ ਹੈ ਇਹ ਹੌਲੀ ਹੌਲੀ ਛਿਨ ਹੋਣਾ ਸ਼ੁਰੂ ਹੋ ਜਾਂਦਾ ਹੈ, ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਬਾਲਪਨ ਤੋਂ ਜਵਾਨੀ ਦੀ ਅਵਸਥਾ ਦੇ ਵਿੱਚ ਮਨੁੱਖ ਆਉਂਦਾ ਹੈ, ਅਤੇ ਜਵਾਨੀ ਦੇ ਵਿੱਚ ਇੱਕ ਐਸਾ ਦੌਰ ਆਉਂਦਾ ਹੈ ਜਦੋਂ ਇਹਨੂੰ ਐਂ ਲੱਗਦਾ ਕਿ ਮੇਰੇ ਤੋਂ ਵੱਧ ਕੋਈ ਤਾਕਤਵਾਰ ਦੁਨੀਆ 'ਤੇ ਹੋਰ ਹੈ ਹੀ ਨਹੀਂ।
ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ। ਤੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜਾ ਬਲ ਹੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਜਦੋਂ ਬੁਢੇਪਾ ਆ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਇਹ ਹਾਲਾਤ ਵੀ ਬਣ ਜਾਂਦੀ ਹੈ। ਮਿਥਯੰਤ ਦੇਹੰ ਖੀਣੰਤ ਬਲਨੰ, ਇਹ ਜਿਹੜਾ ਬਲ ਹੈ ਖੀਣ ਕਮਜ਼ੋਰ ਹੋਣ ਲੱਗ ਜਾਂਦਾ ਹੈ। ਵਰਤੰਤ ਜਰੂਆ ਹਿਤੇ ਅੰਤ ਮਾਇਆ। ਕਹਿਣ ਲੱਗੇ ਜਰੂਆ, ਬੁਢੇਪੇ ਦੀ ਜਿਹੜੀ ਉਮਰ ਆਉਣੀ ਸ਼ੁਰੂ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਹੁਣਾਂ ਦੇ ਸ਼ਬਦ ਵਰਤੇ, ਬਾਬਾ ਫਰੀਦ ਸਾਹਿਬ ਹੁਣਾਂ ਨੇ ਵੀ ਸ਼ਬਦ ਵਰਤੇ ਕਿ ਦਾੜੀ ਹੋਈ ਭੂਰ ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ। ਦਾੜੀ ਭੂਰ ਦਾ ਮਤਲਬ ਕਿ ਹੁਣ ਜਿਹੜੀ ਬਿਰਧ ਅਵਸਥਾ ਆ ਚੁੱਕੀ ਹੈ। ਕਹਿਣ ਲੱਗੇ ਬਰਦੰਤ ਜਰੂਆ, ਬੁਢੇਪੇ ਦੀ ਅਵਸਥਾ ਆਉਣੀ ਸ਼ੁਰੂ ਹੋ ਗਈ। ਹਿਤ ਅੰਤ ਮਾਇਆ, ਪਰ ਮਾਇਆ ਦਾ ਮੋਹ ਜਿਹੜਾ ਹੈ ਉਹ ਹਜੇ ਵੀ ਨਹੀਂ ਤਿਆਗਿਆ। ਮਾਇਆ ਦਾ ਲਾਲਚ ਜਿਹੜਾ ਹੋਰ ਵਧਣਾ ਸ਼ੁਰੂ ਹੋਇਆ। ਅਤੰਤ ਆਸਾ ਅਥਿਤਯ ਪਵਨੰ, ਅਤਿਅੰਤ ਬਹੁਤ ਜ਼ਿਆਦੀਆਂ ਜਿਹੜੀਆਂ ਆਸਾ ਮਨਸਾ ਤ੍ਰਿਸ਼ਨਾਵਾਂ ਜਿਹੜੀਆਂ ਬਿਰਧ ਅਵਸਥਾ ਵੀ ਹੋ ਗਈ। ਉਹਨੂੰ ਸੰਜਮ ਦੇ ਵਿੱਚ ਲਿਆਉਣਾ ਸੀ ਪਰ ਉਹ ਸੰਜਮ ਵਿੱਚ ਨਹੀਂ ਆਈਆਂ। ਆਥਿਤ ਭਵਨੰ ਦੋ ਤਰੀਕਿਆਂ ਨਾਲ ਪਾਠ ਕੀਤੇ ਜਾਂਦੇ ਹਨ। ਤੱਤੇ ਦੇ ਪੈਰ ਵਿੱਚ ਅੱਧਾ ਯਈਆ ਹੈ। ਇਹਦੇ ਉਚਾਰਨ ਵਾਸਤੇ ਤੱਤੇ ਨੂੰ ਸਿਹਾਰੀ ਲਾ ਕੇ ਐੜਾ ਮੁਕਤਾ ਵੀ ਪਿੱਛੇ ਬੋਲਿਆ ਜਾਂਦਾ ਹੈ, ਆਥਿਤਯ, ਤੇ ਜਾਂ ਫਿਰ ਆਥਿਤ ਤੱਤੇ ਨੂੰ ਥੋੜ੍ਹਾ ਦਾਬ ਦੇ ਕੇ ਪਾਠ ਕੀਤਾ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਇਹ ਜਿਹੜਾ ਸਰੀਰ ਹੈ ਜੋ ਛਿਨ ਭੰਗਰ ਹੈ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਆਇਆ ਤੇ ਤਾਂ ਆਦਮੀ ਹਾਂ, ਜੇ ਦਮ ਨਹੀਂ ਆਇਆ ਫਿਰ ਤੇ ਮਿੱਟੀ ਦੀ ਢੇਰੀ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਇਸ ਦੇਹ ਨੂੰ ਜੋ ਝੂਠੀ ਹੈ, ਜੋ ਹਮੇਸ਼ਾ ਰਹਿਣ ਵਾਲੀ ਨਹੀਂ, ਉਹਨੂੰ ਸੱਚ ਕਰਕੇ ਮੰਨਿਆ ਹੋਇਆ ਹੈ। ਤੇ ਇਸੇ ਤਰ੍ਹਾਂ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਇੱਛਾਵਾਂ ਪ੍ਰਗਟ ਕੀਤੀਆਂ ਹੋਈਆਂ ਹੈ। ਅਨੰਤ ਸੁਆਸਾ ਭਿਆਨ ਧਰਮੰ, ਪਰ ਇਸ ਜੀਵ ਨੂੰ ਇਹ ਨਹੀਂ ਪਤਾ ਕਿ ਕਾਲ ਤੋਂ ਪਹੁੰਚਿਓ ਆਨ ਕਹਾ ਜਹ ਭਾਜ ਰੇ। ਉਹ ਜਿਹੜਾ ਧਰਮ ਰਾਜਾ ਹੈ ਭਿਆਨ ਰੂਪ ਦੇ ਵਿੱਚ, ਭਿਆਨਕ ਰੂਪ ਦੇ ਵਿੱਚ, ਉਹ ਸਵਾਸਾਂ ਦੀ ਗਿਣਤੀ ਕਰ ਰਿਹਾ ਹੈ ਕਿ ਕਦੋਂ ਇਹਦੇ ਸਵਾਸ ਪੂਰੇ ਹੋਣ ਤੇ ਮੈਂ ਇਹਨੂੰ ਲੈ ਕੇ ਜਾਵਾਂ। ਅਤੰਤ ਮੋਹ ਕੂਪ ਦੁਰਲਭਯ ਦੇਹੰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਪਰ ਇਹ ਜੀਵ ਦੀ ਹਾਲਾਤ ਕੀ ਬਣੀ ਹੋਈ ਹੈ। ਪਤੰਤ ਮੋਹ ਕੂਪ, ਇਹ ਦੁਰਲੱਭ ਦੇਹ ਪ੍ਰਾਪਤ ਹੋਈ ਸੀ। ਦੁਰਲੱਭ ਦੇਹੰ, ਦੁਰਲੱਭ ਦੇਹ ਨਾਲ ਕਰਨਾ ਕੀ ਸੀ? ਵਾਹਿਗੁਰੂ ਦਾ ਨਾਮ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਪਰ ਹੋਇਆ ਕਿ ਮਹਾਰਾਜ ਕਹਿੰਦੇ ਪਤੰਤ ਕੂਪ ਦੁਰਲੱਭ ਦੇਹੰ, ਇਹ ਕਿੱਥੇ ਪੈ ਗਿਆ? ਪਤੰਤ ਮੋਹ, ਮੋਹ ਰੂਪੀ ਖੂਹ ਦੇ ਵਿੱਚ ਡਿੱਗ ਪਿਆ। ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ, ਇਸਤਰੀ ਦੇ ਨਾਲ, ਸੰਸਾਰ ਦੀਆਂ ਵਸਤੂਆਂ ਦੇ ਨਾਲ ਮੋਹ ਪਾ ਲਿਆ। ਪਤੰਤ ਮੋਹ ਕੂਪ, ਮੋਹ ਰੂਪੀ ਖੂਹ ਦੇ ਵਿੱਚ ਡਿੱਗ ਪਿਆ। ਤੇ ਕੀ ਹੋਇਆ? ਜਿਹੜੀ ਦੁਰਲੱਭ ਦੇ ਇਹਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਸੀ, ਉਹ ਵਿਅਰਥ ਹੀ ਸਮਾਂ ਗਵਾ ਲਿਆ। ਤਤ ਆਸਰਿੰ ਨਾਨਕ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਤਤ ਆਸਰਿੰ, ਜੋ ਤਤ ਰੂਪ ਹੈ ਉਹ ਵਾਹਿਗੁਰੂ ਦਾ ਨਾਮ ਹੈ। ਗੋਬਿੰਦ 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 ਗੋਪਾਲ ਕਿਰਪਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੋ ਵਾਹਿਗੁਰੂ ਗੋਬਿੰਦ, ਧਰਤੀ ਦਾ ਰੱਖਿਅਕ, ਇੰਦਰੀਆਂ ਦਾ ਰੱਖਿਅਕ, ਪਾਲਣ ਵਾਲਾ ਜੋ ਵਾਹਿਗੁਰੂ ਹੈ ਉਹ ਗੋਪਾਲ ਰੂਪ ਹੈ। ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ, ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਪਾਵਨ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅੱਗੇ ਤੋਂ ਸਮਤ ਬਖਸ਼ਣੀ, ਸ੍ਰੇਸ਼ਟ ਮਤ ਬੋਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਅਮਨ ਸਿੰਘ ਜੀ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਇਸੇ ਤਰ੍ਹਾਂ ਆਪ ਜੀ ਨੇ ਦੀਵਾਨ ਵਿੱਚ ਬੜੇ ਪਿਆਰ ਦੇ ਨਾਲ ਸਜੇ ਰਹਿਣਾ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪਤੰਤ ਮੋਹ ਕੂਪ ਦੁਰਲਭਯ ਦੇਹੰ, ਤਤ ਆਸਰਿੰ ਨਾਨਕ, ਗੋਬਿੰਦ 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 ਗੋਪਾਲ